ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਬੇਅੰਤ ਬਾਜਵਾ ਲੈ ਕੇ ਹਾਜ਼ਰ ਹਾਂ ਮੰਟੋ ਪਾਕਿਸਤਾਨੀ ਕਹਾਣੀਕਾਰ ਦੀ ਇੱਕ ਬਹੁਤ ਹੀ ਚਰਚਿਤ ਕਹਾਣੀ ਠੰਡਾ ਗੋਸ਼ਤ। ਆਓ ਸ਼ੁਰੂ ਕਰਦੇ ਹਾਂ ਕਹਾਣੀ ਠੰਡਾ ਗੋਸ਼ਤ। ਹੋਟਲ ਦੇ ਕਮਰੇ ਵਿੱਚ ਈਸਰ ਸਿੰਘ ਜਿਉਂ ਹੀ ਵੜਿਆ, ਕੁਲਵੰਤ ਕੌਰ ਪਲੰਘ ਤੋਂ ਉੱਠੀ। ਆਪਣੀਆਂ ਤੇਜ਼ ਅੱਖਾਂ ਨਾਲ ਉਸ ਵੱਲ ਘੂਰ ਕੇ ਦੇਖਿਆ ਤੇ ਦਰਵਾਜ਼ੇ ਦੀ ਚਟਕਣੀ ਬੰਦ ਕਰ ਦਿੱਤੀ। ਰਾਤ ਦੇ 12 ਵੱਜ ਚੁੱਕੇ ਸਨ। ਸ਼ਹਿਰ ਦਾ ਵਾਤਾਵਰਨ ਇੱਕ ਅਜੀਬ ਭੇਤ ਭਰੀ ਖਾਮੋਸ਼ੀ ਵਿੱਚ ਗਰਕ ਸੀ। ਕੁਲਵੰਤ ਕੌਰ ਪਲੰਘ ਤੇ ਪੰਥੀ ਮਾਰ ਕੇ ਬੈਠ ਗਈ। ਈਸਰ ਸਿੰਘ, ਜੋ ਸ਼ਾਇਦ ਆਪਣੀ ਸਮੱਸਿਆ ਵਿਚਲੇ ਵਿਚਾਰਾਂ ਵਿੱਚ ਉਲਝੇ ਹੋਏ ਧਾਗੇ ਖੋਲ ਰਿਹਾ ਸੀ, ਹੱਥ ਵਿੱਚ ਕਿਰਪਾਨ ਲਈ ਇੱਕ ਨੁੱਕਰ ਵਿੱਚ ਖੜਾ ਸੀ। ਕੁਝ ਪਲ ਇਸੇ ਤਰ੍ਹਾਂ ਖਾਮੋਸ਼ੀ ਵਿੱਚ ਬੀਤ ਗਏ। ਕੁਲਵੰਤ ਕੌਰ ਨੂੰ ਥੋੜੀ ਦੇਰ ਬਾਅਦ ਆਪਣੀ ਮਾਰੀ ਚੌਕੜੀ ਪਸੰਦ ਨਾ ਆਈ ਤੇ ਦੋਵੇਂ ਲੱਤਾਂ ਪਲੰਘ ਤੋਂ ਹੇਠਾਂ ਲਮਕਾ ਕੇ ਹਿਲਾਉਣ ਲੱਗੀ। ਈਸਰ ਸਿੰਘ ਫੇਰ ਵੀ ਕੁਝ ਨਾ ਬੋਲਿਆ। ਕੁਲਵੰਤ ਕੌਰ ਭਰੇ ਹੋਏ ਹੱਥਾਂ ਪੈਰਾਂ ਵਾਲੀ ਔਰਤ ਸੀ। ਕੁਝ ਬਹੁਤ ਹੀ ਜ਼ਿਆਦਾ ਉੱਪਰ ਨੂੰ ਉੱਠਿਆ ਸੀਨਾ, ਤੇਜ਼ ਅੱਖਾਂ, ਉੱਪਰਲੇ ਬੁੱਲ੍ਹ ਉੱਤੇ ਸੁਰਮਈ ਗਵਾਰ, ਠੋਡੀ ਦੀ ਬਨਾਵਟ ਤੋਂ ਪਤਾ ਲੱਗਦਾ ਸੀ ਕਿ ਬੜੇ ਧੜੱਲੇ ਦੀ ਔਰਤ ਸੀ। ਈਸਰ ਸਿੰਘ ਸਿਰ ਨੀਵਾਂ ਕਰੀ ਇੱਕ ਖੂੰਜੇ ਵਿੱਚ ਚੁੱਪਚਾਪ ਖੜਾ ਸੀ। ਸਿਰ ਤੇ ਉਸਦੀ ਕੱਸ ਕੇ ਬੰਨੀ ਹੋਈ ਪਗੜੀ ਢਿੱਲੀ ਹੋ ਰਹੀ ਸੀ। ਉਸਦੇ ਹੱਥ, ਜਿਨ੍ਹਾਂ ਵਿੱਚ ਕਿਰਪਾਨ ਫੜੀ ਹੋਈ ਸੀ, ਥੋੜੇ ਥੋੜੇ ਕੰਬ ਰਹੇ ਸਨ। ਉਸਦੇ ਕੱਦ ਕਾਠ ਤੇ ਡੀਲ ਡੌਲ ਤੋਂ ਪਤਾ ਲੱਗਦਾ ਸੀ ਕਿ ਉਹ ਕੁਲਵੰਤ ਕੌਰ ਵਰਗੀ ਔਰਤ ਦੇ ਲਈ ਸਭ ਤੋਂ ਢੁਕਵਾਂ ਮਰਦ ਹੈ। ਕੁਝ ਪਲ ਜਦੋਂ ਇਸੇ ਤਰ੍ਹਾਂ ਖਾਮੋਸ਼ੀ ਵਿੱਚ ਬੀਤ ਗਏ ਤਾਂ ਕੁਲਵੰਤ ਕੌਰ ਛਲਕ ਪਈ, ਪਰ ਤੇਜ਼ ਤਰਾਰ ਅੱਖਾਂ ਨੂੰ ਨਚਾ ਕੇ ਉਹ ਸਿਰਫ ਏਦਾਂ ਕਹਿ ਸਕੀ, ਈਸਰ ਸਿਆਂ। ਈਸਰ ਸਿੰਘ ਨੇ ਗਰਦਨ ਚੁੱਕ ਕੇ ਕੁਲਵੰਤ ਕੌਰ ਵੱਲ ਵੇਖਿਆ, ਪਰ ਉਸ ਦੀਆਂ ਨਜ਼ਰਾਂ ਦੀਆਂ ਗੋਲੀਆਂ ਦੀ ਤਾਬ ਨਾ ਝੱਲ ਸਕੇ ਤੇ ਮੂੰਹ ਦੂਸਰੇ ਪਾਸੇ ਮੋੜ ਲਿਆ। ਈਸਰ ਸਿਆਂ, ਕੁਲਵੰਤ ਕੌਰ ਚੀਕੀ, ਪਰ ਛੇਤੀ ਹੀ ਆਵਾਜ਼ ਘੁੱਟ ਲਈ ਤੇ ਪਲੰਘ ਤੋਂ ਉੱਠ ਕੇ ਉਹਦੇ ਵੱਲ ਹੁੰਦੀ ਹੋਈ ਬੋਲੀ, ਕਿੱਥੇ ਗਾਇਬ ਰਿਹਾ ਤੂੰ ਇੰਨੇ ਦਿਨ? ਈਸਰ ਸਿੰਘ ਨੇ ਖੁਸ਼ਕ ਬੁੱਲਾਂ ਤੇ ਜੀਭ ਫੇਰੀ, ਮੈਨੂੰ ਪਤਾ ਨਹੀਂ। ਕੁਲਵੰਤ ਕੌਰ ਚਿੜ ਗਈ, ਇਹ ਵੀ ਕੋਈ ਮਾਂ ਜਿਹਾ ਜਵਾਬ ਹੈ। ਈਸਰ ਸਿੰਘ ਨੇ ਕਿਰਪਾਨ ਇੱਕ ਪਾਸੇ ਸੁੱਟ ਦਿੱਤੀ ਤੇ ਪਲੰਘ ਤੇ ਲੇਟ ਗਿਆ। ਏਦਾਂ ਲੱਗਦਾ ਸੀ ਜਿਵੇਂ ਉਹ ਕਈ ਦਿਨਾਂ ਤੋਂ ਬਿਮਾਰ ਹੈ। ਕੁਲਵੰਤ ਕੌਰ ਨੇ ਪਲੰਘ ਵੱਲ ਦੇਖਿਆ, ਜੋ ਹੁਣ ਈਸਰ ਸਿੰਘ ਨਾਲ ਪੂਰਾ ਭਰਿਆ ਪਿਆ ਸੀ, ਤੇ ਉਸਦੇ ਦਿਲ ਵਿੱਚ ਹਮਦਰਦੀ ਦੀ ਭਾਵਨਾ ਪੈਦਾ ਹੋ ਗਈ ਹੈ। ਇਸ ਲਈ ਉਸਦੇ ਮੱਥੇ ਤੇ ਹੱਥ ਰੱਖ ਕੇ ਉਸਨੇ ਬੜੇ ਪਿਆਰ ਨਾਲ ਪੁੱਛਿਆ, ਜਾਨੀ ਕੀ ਹੋਇਆ ਤੈਨੂੰ? ਈਸਰ ਸਿੰਘ ਸੱਤ ਵੱਲ ਦੇਖ ਰਿਹਾ ਸੀ। ਉਸ ਤੋਂ ਨਜ਼ਰਾਂ ਹਟਾ ਕੇ ਉਸਨੇ ਕੁਲਵੰਤ ਕੌਰ ਦੇ ਜਾਣੇ ਪਹਿਚਾਣੇ ਚਿਹਰੇ ਨੂੰ ਟਟੋਲਣਾ ਸ਼ੁਰੂ ਕੀਤਾ। ਕੁਲਵੰਤ, ਉਸਦੀ ਆਵਾਜ਼ ਵਿੱਚ ਦਰਦ ਸੀ। ਕੁਲਵੰਤ ਕੌਰ ਸਾਰੀ ਦੀ ਸਾਰੀ ਸਿਮਟ ਕੇ ਆਪਣੇ ਉੱਪਰਲੇ ਬੁੱਲਾਂ ਵਿੱਚ ਆ ਗਈ। ਹਾਂ ਜਾਨੀ ਕਹਿ ਕੇ ਉਹ ਉਸ ਨੂੰ ਦੰਦਾਂ ਨਾਲ ਕੱਟਣ ਲੱਗੀ। ਈਸਰ ਸਿੰਘ ਨੇ ਪਗੜੀ ਲਾਹ ਦਿੱਤੀ। ਕੁਲਵੰਤ ਕੌਰ ਵੱਲ ਆਸਰਾ ਲੈਣ ਵਾਲੀਆਂ ਨਜ਼ਰਾਂ ਨਾਲ ਦੇਖਿਆ। ਉਸ ਦੀ ਪਿੱਠ ਤੇ ਜ਼ੋਰ ਨਾਲ ਧੱਫਾ ਮਾਰਿਆ ਤੇ ਸਿਰ ਨੂੰ ਝਟਕਾ ਦੇ ਕੇ ਆਪਣੇ ਆਪ ਨੂੰ ਕਿਹਾ, ਇਹ ਕੁੜੀ ਜਾਵਾ ਦਿਮਾਗ ਹੀ ਖਰਾਬ ਹੈ। ਝਟਕਾ ਦੇਣ ਨਾਲ ਉਸਦੇ ਕੇਸ ਖੁੱਲ ਗਏ। ਕੁਲਵੰਤ ਕੌਰ ਉਂਗਲਾਂ ਨਾਲ ਉਹਨਾਂ ਵਿੱਚ ਕੰਘੀ ਕਰਨ ਲੱਗੀ। ਅਜਿਹਾ ਕਰਦੇ ਹੋਏ ਉਸਨੇ ਬੜੇ ਪਿਆਰ ਨਾਲ ਪੁੱਛਿਆ, ਈਸਰ ਸਿਆਂ, ਕਿੱਥੇ ਰਿਹਾ ਤੂੰ ਇੰਨੇ ਦਿਨ? ਬੁਰੇ ਦੀ ਮਾਂ ਦੇ ਘਰ। ਈਸਰ ਸਿੰਘ ਨੇ ਕੁਲਵੰਤ ਕੌਰ ਨੂੰ ਘੂਰ ਕੇ ਦੇਖਿਆ ਤੇ ਝੱਟ ਦੋਹਾਂ ਹੱਥਾਂ ਨਾਲ ਉਸਦੇ ਉੱਭਰੇ ਹੋਏ ਸੀਨੇ ਨੂੰ ਮਸਲਣ ਲੱਗਾ। ਕਹਿਣ ਲੱਗਾ, ਬੜੀ ਜਾਨਦਾਰ ਔਰਤ ਹੈ। ਕੁਲਵੰਤ ਕੌਰ ਨੇ ਇੱਕ ਅਦਾ ਨਾਲ ਈਸਰ ਸਿੰਘ ਦੇ ਹੱਥਾਂ ਨੂੰ ਇੱਕ ਪਾਸੇ ਝਟਕਿਆ ਤੇ ਪੁੱਛਿਆ, ਤੈਨੂੰ ਮੇਰੀ ਸਹੁੰ ਦੱਸ ਕਿੱਥੇ ਰਿਹਾ? ਸ਼ਹਿਰ ਗਿਆ ਸੀ? ਈਸਰ ਸਿੰਘ ਨੇ ਇੱਕ ਹੀ ਲਪੇਟ ਵਿੱਚ ਆਪਣੇ ਬਾਲਾਂ ਦਾ ਜੂੜਾ ਕਰਦਿਆਂ ਜਵਾਬ ਦਿੱਤਾ, ਨਹੀਂ। ਕੁਲਵੰਤ ਕੌਰ ਚਿੜ ਗਈ, ਨਹੀਂ, ਤੂੰ ਜ਼ਰੂਰ ਸ਼ਹਿਰ ਗਿਆ ਸੀ ਤੇ ਤੂੰ ਬਹੁਤ ਸਾਰਾ ਰੁਪਈਆ ਲੁੱਟਿਆ ਹੈ ਜੋ ਮੈਥੋਂ ਛੁਪਾ ਰਿਹਾ ਹੈ। ਉਹ ਆਪਣੇ ਬਾਪ ਦਾ ਤੁਖਮ ਨਾ ਹੋਵੇ ਜੋ ਤੇਰੇ ਨਾਲ ਝੂਠ ਬੋਲੇ। ਕੁਲਵੰਤ ਕੌਰ ਥੋੜੀ ਦੇਰ ਲਈ ਚੁੱਪ ਹੋ ਗਈ, ਪਰ ਇੱਕਦਮ ਹੀ ਭੜਕ ਉੱਠੀ, ਪਰ ਮੇਰੀ ਸਮਝ ਵਿੱਚ ਨਹੀਂ ਆਉਂਦਾ, ਉਸ ਰਾਤ ਤੈਨੂੰ ਹੋਇਆ ਕੀ? ਚੰਗਾ ਭਲਾ ਮੇਰੇ ਨਾਲ ਲੇਟਿਆ ਸੀ। ਮੈਨੂੰ ਤੂੰ ਉਹ ਸਾਰੇ ਗਹਿਣੇ ਪਵਾ ਦਿੱਤੇ ਸਨ ਜਿਹੜੇ ਤੂੰ ਸ਼ਹਿਰੋਂ ਲੁੱਟ ਕੇ ਲਿਆਇਆ ਸੀ। ਮੇਰੀਆਂ ਚੁੰਮੀਆਂ ਲੈ ਰਿਹਾ ਸੀ, ਪਰ ਪਤਾ ਨਹੀਂ ਇੱਕਦਮ ਤੈਨੂੰ ਕੀ ਹੋਇਆ। ਉੱਠਿਆ ਤੇ ਕੱਪੜੇ ਪਾ ਕੇ ਬਾਹਰ ਨਿਕਲ ਗਿਆ। ਈਸਰ ਸਿੰਘ ਦਾ ਰੰਗ ਪੀਲਾ ਹੋ ਗਿਆ। ਕੁਲਵੰਤ ਕੌਰ ਨੇ ਇਹ ਤਬਦੀਲੀ ਦੇਖਦੇ ਹੀ ਕਿਹਾ, ਦੇਖ ਕਿੱਦਾਂ ਰੰਗ ਪੀਲਾ ਪੈ ਗਿਆ ਈਸਰ ਸਿਆਂ। ਸਹੁੰ ਵੈਗਰੂ ਦੀ, ਜ਼ਰੂਰ ਕੁਝ ਦਾਲ ਵਿੱਚ ਕਾਲਾ ਏ। ਤੇਰੀ ਜਾਨ ਦੀ ਸਹੁੰ ਕੁਝ ਵੀ ਨਹੀਂ। ਈਸਰ ਸਿੰਘ ਦੀ ਜਵਾਨ ਬੇਜਾਨ ਸੀ। ਕੁਲਵੰਤ ਕੌਰ ਦਾ ਸ਼ੱਕ ਹੋਰ ਪੱਕਾ ਹੋ ਗਿਆ। ਉੱਪਰਲਾ ਬੁੱਲ ਘੁੱਟ ਕੇ ਉਸਨੇ ਇੱਕ ਸ਼ਬਦ ਤੇ ਜ਼ੋਰ ਦਿੰਦੇ ਹੋਏ ਕਿਹਾ, ਈਸਰ ਸਿਆਂ, ਕੀ ਗੱਲ ਹੈ? ਤੂੰ ਉਹ ਨਹੀਂ ਹੈ ਜੋ ਅੱਜ ਤੋਂ 8 ਦਿਨ ਪਹਿਲਾਂ ਸੀ। ਈਸਰ ਸਿੰਘ ਇੱਕਦਮ ਉੱਠ ਬੈਠਿਆ, ਜਿਵੇਂ ਕਿਸੇ ਨੇ ਉਸ ਤੇ ਹਮਲਾ ਕੀਤਾ ਸੀ। ਕੁਲਵੰਤ ਕੌਰ ਨੂੰ ਆਪਣੀਆਂ ਮਜ਼ਬੂਤ ਬਾਹਾਂ ਵਿੱਚ ਘੁੱਟ ਕੇ ਉਸਨੇ ਉਸ ਨੂੰ ਪੂਰੇ ਜ਼ੋਰ ਨਾਲ ਝੰਜੋੜਨਾ ਸ਼ੁਰੂ ਕਰ ਦਿੱਤਾ, ਜਾਨੀ ਮੈਂ ਉਹੀ ਹਾਂ, ਘੁੱਟ-ਘੁੱਟ ਪਾ ਜੱਫੀਆਂ ਤੇਰੀ ਨਿਕਲੇ ਹੱਡਾਂ ਦੀ ਗਰਮੀ। ਕੁਲਵੰਤ ਕੌਰ ਨੇ ਕੋਈ ਵਿਰੋਧ ਨਾ ਕੀਤਾ, ਪਰ ਉਹ ਸ਼ਿਕਾਇਤ ਕਰਦੀ ਰਹੀ, ਤੈਨੂੰ ਉਸ ਰਾਤ ਕੀ ਹੋ ਗਿਆ ਸੀ?
ਬੁਰੇ ਦੀ ਮਾਂ ਦਾ ਸਿਰ ਹੋ ਗਿਆ ਸੀ। ਦੱਸੇਗਾ ਨਹੀਂ? ਕੋਈ ਗੱਲ ਹੋਵੇ ਤਾਂ ਦੱਸਾਂ, ਮੈਨੂੰ ਆਪਣੇ ਹੱਥ ਫੂਕੇ ਜੇ ਤੂੰ ਝੂਠ ਬੋਲੇ। ਈਸਰ ਸਿੰਘ ਨੇ ਆਪਣੀਆਂ ਬਾਹਾਂ ਉਸ ਦੀ ਗਰਦਨ ਵਿੱਚ ਪਾ ਦਿੱਤੀਆਂ ਤੇ ਬੁੱਲ ਉਸਦੇ ਬੁੱਲਾਂ ਤੇ ਗੱਡ ਦਿੱਤੇ। ਮੁੱਛਾਂ ਦੇ ਵਾਲ ਕੁਲਵੰਤ ਕੌਰ ਦੀਆਂ ਨਾਸਾਂ ਵਿੱਚ ਬੜੇ ਤਾਂ ਉਸ ਨੂੰ ਛਿੱਕ ਆ ਗਈ। ਦੋਵੇਂ ਹੱਸਣ ਲੱਗੇ। ਈਸਰ ਸਿੰਘ ਨੇ ਆਪਣੀ ਕਮੀਜ਼ ਉਤਾਰ ਦਿੱਤੀ ਤੇ ਕੁਲਵੰਤ ਕੌਰ ਨੂੰ ਬਾਸ਼ਨਾਮਈ ਨਜ਼ਰਾਂ ਨਾਲ ਦੇਖ ਕੇ ਕਿਹਾ, ਆ ਜਾਨੀ, ਇੱਕ ਬਾਜੀ ਤਾਂਸ ਦੀ ਹੋ ਜਾਏ। ਕੁਲਵੰਤ ਕੌਰ ਨੇ ਉੱਪਰਲੇ ਬੁੱਲ ਤੇ ਪਸੀਨੇ ਦੀਆਂ ਛੋਟੇ-ਛੋਟੀਆਂ ਬੂੰਦਾਂ ਫੁੱਟ ਪਈਆਂ। ਇੱਕ ਅਦਾ ਦੇ ਨਾਲ ਉਸਨੇ ਆਪਣੀ ਅੱਖਾਂ ਦੀਆਂ ਪੁਤਲੀਆਂ ਘਮਾਈਆਂ ਤੇ ਕਿਹਾ, ਚੱਲ ਦਫਾ ਹੋ। ਈਸਰ ਸਿੰਘ ਨੇ ਉਸਦੀ ਪਿੱਠ ਤੇ ਜ਼ੋਰ ਦੀ ਚੁੰਡੀ ਭਰੀ। ਕੁਲਵੰਤ ਕੌਰ ਤੜਫ ਕੇ ਇੱਕ ਪਾਸੇ ਹਟ ਗਈ। ਐਦਾਂ ਨਾ ਕਰਿਆ ਕਰ ਈਸਰ ਸਿਆਂ, ਮੇਰੇ ਦਰਦ ਹੁੰਦਾ ਏ। ਈਸਰ ਸਿੰਘ ਨੇ ਅੱਗੇ ਵੱਧ ਕੇ ਕੁਲਵੰਤ ਕੌਰ ਦਾ ਉੱਪਰਲਾ ਬੁੱਲ ਆਪਣੇ ਦੰਦਾਂ ਥੱਲੇ ਦਬਾ ਲਿਆ ਅਤੇ ਕਚਕਚਾਉਣ ਲੱਗਾ। ਕੁਲਵੰਤ ਕੌਰ ਬਿਲਕੁਲ ਪਿਘਲ ਗਈ। ਈਸਰ ਸਿੰਘ ਨੇ ਆਪਣਾ ਕੁੜਤਾ ਉਤਾਰ ਕੇ ਸੁੱਟ ਦਿੱਤਾ ਅਤੇ ਕਿਹਾ, ਤਾਂ ਫਿਰ ਹੋ ਜਾਏ, ਤੁਰ ਪਚਾਲ। ਕੁਲਵੰਤ ਕੌਰ ਦਾ ਉੱਪਰਲਾ ਬੁੱਲ ਕੰਬਣ ਲੱਗਾ। ਈਸਰ ਸਿੰਘ ਨੇ ਦੋਹਾਂ ਹੱਥਾਂ ਨਾਲ ਕੁਲਵੰਤ ਕੌਰ ਦੀ ਕਮੀਜ਼ ਦਾ ਘੇਰਾ ਫੜਿਆ ਤੇ ਜਿਸ ਤਰ੍ਹਾਂ ਬੱਕਰੇ ਦੀ ਖੱਲ ਲਾਉਂਦੇ ਹਨ ਉਸੇ ਤਰ੍ਹਾਂ ਉਸ ਨੂੰ ਲਾ ਕੇ ਇੱਕ ਪਾਸੇ ਰੱਖ ਦਿੱਤਾ। ਫਿਰ ਉਸਨੇ ਘੂਰ ਕੇ ਉਸਦੇ ਨੰਗੇ ਬਦਨ ਨੂੰ ਦੇਖਿਆ ਤੇ ਜ਼ੋਰ ਨਾਲ ਉਸਦੀ ਬਾਂਹ ਦੀ ਚੁੰਡੀ ਭਰਦਿਆਂ ਕਿਹਾ, ਕੁਲਵੰਤ, ਸਹੁੰ ਲੱਗੇ, ਬੜੀ ਤਕੜੀ ਔਰਤ ਹੈ ਤੂੰ। ਕੁਲਵੰਤ ਕੌਰ ਆਪਣੀ ਬਾਂਹ ਤੇ ਉੱਭਰਦੇ ਹੋਏ ਲਾਲ ਧੱਬੇ ਨੂੰ ਦੇਖਣ ਲੱਗੀ। ਬੜਾ ਜ਼ਾਲਮ ਹੈ ਈਸਰ ਸਿਆਂ ਤੂੰ। ਈਸਰ ਸਿੰਘ ਨੇ ਆਪਣੀਆਂ ਸੰਘਣੀਆਂ ਕਾਲੀਆਂ ਮੁੱਛਾਂ ਵਿੱਚ ਹੱਸਿਆ। ਹੋਣ ਦੇ ਅੱਜ ਜ਼ੁਲਮ, ਤੇ ਇਹ ਕਹਿ ਕੇ ਉਸਨੇ ਹੋਰ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ। ਕੁਲਵੰਤ ਕੌਰ ਦਾ ਉੱਪਰਲਾ ਬੁੱਲ ਦੰਦਾਂ ਥੱਲੇ ਕਿਚਕਿਚਾਇਆ, ਕੰਨ ਦੀਆਂ ਲਵਾਂ ਨੂੰ ਕੱਟਿਆ, ਉੱਭਰੇ ਹੋਏ ਸੀਨੇ ਨੂੰ ਝੰਜੋੜਿਆ, ਗੱਲਾਂ ਤੋਂ ਮੂੰਹ ਪਰ ਚੁੰਮੀਆਂ ਲਈਆਂ, ਚੂਸ ਕੇ ਉਸਦੀਆਂ ਛਾਤੀਆਂ ਥੁੱਕ ਨਾਲ ਲਵੇਟ ਦਿੱਤੀਆਂ। ਕੁਲਵੰਤ ਕੌਰ ਤੇਜ਼ ਆਂਚ ਤੇ ਚੜੀ ਹਾਂਡੀ ਵਾਂਗੂ ਪੱਕਣ ਲੱਗੀ, ਪਰ ਈਸਰ ਸਿੰਘ ਉਹਨਾਂ ਸਾਰੇ ਹੀਲਿਆਂ ਦੇ ਬਾਵਜੂਦ ਆਪਣੇ ਆਪ ਵਿੱਚ ਹਰਕਤ ਨਾ ਪੈਦਾ ਕਰ ਸਕਿਆ। ਜਿੰਨੇ ਗੁਰਜਾਂ ਦਾ ਉਸਨੂੰ ਯਾਦ ਸਨ, ਸਭ ਦੇ ਸਭ ਉਸਨੇ ਪਿੱਟ ਜਾਣ ਵਾਲੇ ਪਹਿਲਵਾਨ ਵਾਂਗੂ ਵਰਤੇ, ਪਰ ਕੋਈ ਵੀ ਨਾ ਚੱਲਿਆ। ਕੁਲਵੰਤ ਕੌਰ ਦੇ ਸਾਰੇ ਜਿਸਮ ਦੇ ਤਾਰ ਤਣਕੇ ਆਪਣੇ ਆਪ ਵਿੱਚ ਵੱਜ ਰਹੇ ਸਨ। ਗੈਰ ਜ਼ਰੂਰੀ ਛੇੜਛਾੜ ਤੋਂ ਤੰਗ ਆ ਕੇ ਉਸਨੇ ਕਿਹਾ, ਈਸਰ ਸਿਆਂ, ਕਾਫੀ ਫੈਂਟ ਚੁੱਕਾ ਹੈ, ਹੁਣ ਪੱਤਾ ਸੁੱਟ। ਇਹ ਸੁਣਦੇ ਹੀ ਈਸਰ ਦੇ ਹੱਥੋਂ ਜਿਵੇਂ ਤਾਂਸ ਦੀ ਸਾਰੀ ਗੱਡੀ ਫਿਸਲ ਕੇ ਹੇਠਾਂ ਡਿੱਗ ਪਈ ਹੋਵੇ। ਹਫਦਾ ਹੋਇਆ ਉਹ ਕੁਲਵੰਤ ਕੌਰ ਦੇ ਪਹਿਲੂ ਵਿੱਚ ਲੇਟ ਗਿਆ ਤੇ ਉਸਦੇ ਮੱਥੇ ਤੇ ਠੰਡੇ ਪਸੀਨੇ ਦੇ ਲੇਪ ਹੋਣ ਲੱਗੇ। ਕੁਲਵੰਤ ਕੌਰ ਨੇ ਉਸਨੂੰ ਗੁਰਮਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀ। ਹੁਣ ਤੱਕ ਸਭ ਕੁਝ ਮੂੰਹੋਂ ਕਹੇ ਬਿਨਾ ਹੁੰਦਾ ਰਿਹਾ ਸੀ, ਪਰ ਜਦੋਂ ਕੁਲਵੰਤ ਕੌਰ ਨੂੰ ਬੇਅਮਲ ਅੰਗਾਂ ਤੋਂ ਸਖਤ ਨਿਰਾਸ਼ਾ ਹੋਈ ਤਾਂ ਉਹ ਗੁੱਸੇ ਨਾਲ ਭਰੀ ਪਲੰਘ ਤੋਂ ਉਤਰ ਗਈ। ਸਾਹਮਣੇ ਖੂੰਠੀ ਤੇ ਚਾਦਰ ਪਈ ਸੀ, ਉਸ ਨੂੰ ਲਾ ਕੇ ਉਸਨੇ ਜਲਦੀ ਲਪੇਟ ਕੇ ਨਾਸਾਂ ਫੈਲਾ ਕੇ ਵਿਫਰੇ ਹੋਏ ਲਹਿਜੇ ਵਿੱਚ ਕਿਹਾ, ਈਸਰ ਸਿਆਂ, ਉਹ ਕਿਹੜੀ ਹਰਾਮਜ਼ਾਦੀ ਹੈ ਜਿਸ ਦੇ ਕੋਲ ਤੂੰ ਇੰਨੇ ਦਿਨ ਰਹਿ ਕੇ ਆਇਆ ਹੈ ਤੇ ਜਿਸ ਨੇ ਤੈਨੂੰ ਨਿਚੋੜ ਦਿੱਤਾ ਹੈ। ਈਸਰ ਸਿੰਘ ਪਲੰਘ ਉੱਤੇ ਲੇਟਿਆ ਹਫਦਾ ਰਿਹਾ ਤੇ ਉਸਨੇ ਕੋਈ ਜਵਾਬ ਨਾ ਦਿੱਤਾ। ਕੁਲਵੰਤ ਕੌਰ ਗੁੱਸੇ ਨਾਲ ਉਬਲਣ ਲੱਗੀ। ਮੈਂ ਪੁੱਛਦੀ ਹਾਂ, ਕੌਣ ਹੈ ਚੜੇਲ? ਕੌਣ ਹੈ ਉਹ ਲਫੰਗੀ? ਕੌਣ ਹੈ ਚੋਰ ਪੱਤਾ? ਈਸਰ ਸਿੰਘ ਨੇ ਥੱਕੇ ਹੋਏ ਲਹਿਜੇ ਵਿੱਚ ਜਵਾਬ ਦਿੱਤਾ, ਕੋਈ ਵੀ ਨਹੀਂ ਕੁਲਵੰਤ, ਕੋਈ ਵੀ ਨਹੀਂ। ਕੁਲਵੰਤ ਕੌਰ ਨੇ ਦ੍ਰਿੜਤਾ ਨਾਲ ਕਿਹਾ, ਈਸਰ ਸਿਆਂ, ਮੈਂ ਅੱਜ ਝੂਠ ਸੱਚ ਜਾਣ ਕੇ ਰਹਾਂਗੀ। ਖਾ ਨਾ ਸਹੁੰ ਕਿ ਇਸ ਦੀ ਤਹਿ ਵਿੱਚ ਕੋਈ ਔਰਤ ਨਹੀਂ। ਈਸਰ ਸਿੰਘ ਨੇ ਕੁਝ ਕਹਿਣਾ ਚਾਹਿਆ ਪਰ ਕੁਲਵੰਤ ਕੌਰ ਨੇ ਇਸ ਦੀ ਇਜਾਜ਼ਤ ਨਾ ਦਿੱਤੀ। ਸਹੁੰ ਖਾਣ ਤੋਂ ਪਹਿਲਾਂ ਸੋਚ ਲਿਆ ਕਿ ਮੈਂ ਸਰਦਾਰ ਨਿਹਾਲ ਸਿੰਘ ਦੀ ਧੀ ਹਾਂ, ਬੋਟੀ ਕਰ ਦਿਆਂਗੀ ਜੇ ਤੂੰ ਝੂਠ ਬੋਲਿਆ। ਲੈ ਹੁਣ ਖਾ ਸਹੁੰ ਕਿ ਇਸ ਦੀ ਤਹਿ 'ਚ ਕੋਈ ਔਰਤ ਨਹੀਂ। ਈਸਰ ਸਿੰਘ ਨੇ ਬੜੇ ਦੁੱਖ ਦੇ ਨਾਲ ਹਾਂ ਵਿੱਚ ਸਿਰ ਹਿਲਾਇਆ। ਕੁਲਵੰਤ ਕੌਰ ਬਿਲਕੁਲ ਪਾਗਲ ਹੋ ਗਈ। ਝਪਟ ਕੇ ਕੋਨੇ ਵਿੱਚ ਕਿਰਪਾਨ ਚੁੱਕੀ, ਮਿਆਨ ਨੂੰ ਲੈ ਕੇ ਕੇਲੇ ਦੇ ਛਿਲਕੇ ਵਾਂਗ ਖਿੱਚ ਕੇ ਇੱਕ ਪਾਸੇ ਸੁੱਟਿਆ ਤੇ ਈਸਰ ਸਿੰਘ ਤੇ ਵਾਰ ਕੀਤਾ। ਪਲ ਦੀ ਪਲ ਵਿੱਚ ਲਹੂ ਦੇ ਫੁਹਾਰੇ ਫੁੱਟ ਪਏ। ਕੁਲਵੰਤ ਕੌਰ ਦੀ ਇਸ ਨਾਲ ਵੀ ਤਸੱਲੀ ਨਾ ਹੋਈ। ਉਸਨੇ ਬੈਸੀ ਬਿੱਲੀਆਂ ਵਾਂਗੂ ਈਸਰ ਸਿੰਘ ਦੇ ਕੇਸ ਪੁੱਟਣੇ ਸ਼ੁਰੂ ਕਰ ਦਿੱਤੇ। ਨਾਲ ਹੀ ਨਾਲ ਉਹ ਆਪਣੀ ਸ਼ੌਕਣ ਨੂੰ ਮੋਟੀਆਂ ਗਾਲਾਂ ਦਿੰਦੀ ਰਹੀ। ਈਸਰ ਸਿੰਘ ਨੇ ਥੋੜੀ ਦੇਰ ਬਾਅਦ ਮਰੀਅਲ ਜਿਹੀ ਆਵਾਜ਼ ਵਿੱਚ ਬੇਨਤੀ ਕੀਤੀ, ਜਾਣ ਦੇ ਹੁਣ ਕੁਲਵੰਤ, ਜਾਣ ਦੇ। ਆਵਾਜ਼ ਵਿੱਚ ਬੜਾ ਦਰਦ ਸੀ। ਕੁਲਵੰਤ ਕੌਰ ਪਿੱਛੇ ਹਟ ਗਈ। ਖੂਨ ਈਸਰ ਸਿੰਘ ਦੇ ਗਲ ਵਿੱਚੋਂ ਅੜ ਕੇ ਉਸਦੀਆਂ ਮੁੱਛਾਂ ਤੇ ਡਿੱਗ ਰਿਹਾ ਸੀ। ਉਸਨੇ ਆਪਣੇ ਕੰਮ ਦੇ ਬੁੱਲ ਖੋਲੇ ਤੇ ਕੁਲਵੰਤ ਕੌਰ ਵੱਲ ਸ਼ੁਕਰੀਏ ਤੇ ਗਿਲੇ ਨਾਲ ਮਿਲੀਆਂ ਜੁਲੀਆਂ ਨਜ਼ਰਾਂ ਨਾਲ ਦੇਖਿਆ। ਮੇਰੀ ਜਾਨ, ਤੂੰ ਬਹੁਤ ਜਲਦੀ ਕੀਤੀ, ਪਰ ਜੋ ਹੋਇਆ ਠੀਕ ਹੋਇਆ। ਕੁਲਵੰਤ ਕੌਰ ਦੀ ਈਰਖਾ ਫੇਰ ਭੜਕੀ। ਲਹੂ ਈਸਰ ਸਿੰਘ ਦੀ ਜਵਾਨ ਤੱਕ ਪਹੁੰਚ ਗਿਆ। ਜਦੋਂ ਉਸਨੇ ਉਸ ਦਾ ਸਵਾਦ ਚੱਖਿਆ ਤਾਂ ਉਸਦੇ ਸਰੀਰ ਵਿੱਚ ਝੁੰਚਣੀ ਦੌੜ ਗਈ। ਤੇ ਮੈਂ ਭੈਣੀ ਜਾਵਾ 6 ਆਦਮੀਆਂ ਦਾ ਕਤਲ ਕਰ ਚੁੱਕਾ ਹਾਂ ਇਸੇ ਕਿਰਪਾਨ ਨਾਲ। ਕੁਲਵੰਤ ਕੌਰ ਦੇ ਦਿਮਾਗ ਵਿੱਚ ਸਿਰਫ ਦੂਸਰੀ ਔਰਤ ਸੀ। ਮੈਂ ਪੁੱਛਦੀ ਹਾਂ, ਕੌਣ ਹੈ ਉਹ ਹਰਾਮਜ਼ਾਦੀ?
ਈਸਰ ਸਿੰਘ ਦੀਆਂ ਅੱਖਾਂ ਧੁੰਦਲਾ ਰਹੀਆਂ ਸਨ। ਇੱਕ ਹਲਕੀ ਜਿਹੀ ਚਮਕ ਉਹਨਾਂ ਵਿੱਚ ਆਈ ਤੇ ਉਸਨੇ ਕੁਲਵੰਤ ਕੌਰ ਨੂੰ ਕਿਹਾ, ਗਾਲ ਨਾ ਦੇ ਉਸਨੂੰ, ਭਣਮੀ ਹੈ ਤੇਰੀ। ਕੁਲਵੰਤ ਕੌਰ ਚੀਕੀ, ਮੈਂ ਪੁੱਛਦੀ ਹਾਂ ਉਹ ਹੈ ਕੌਣ? ਈਸਰ ਸਿੰਘ ਦੇ ਗਲੇ ਵਿੱਚ ਆਵਾਜ਼ ਬੈਠ ਗਈ, ਦੱਸਦਾ। ਇਹ ਕਹਿ ਕੇ ਉਸਨੇ ਆਪਣੀ ਗਿੱਚੀ ਤੇ ਹੱਥ ਫੇਰਿਆ ਤੇ ਉਸ ਤੇ ਖੂਨ ਦੇ ਕੇ ਉਹ ਹੱਸਿਆ। ਇਨਸਾਨ ਮਾਝਾਵਾ ਇੱਕ ਅਜੀਬ ਚੀਜ਼ ਹੈ। ਕੁਲਵੰਤ ਕੌਰ ਉਸਦੇ ਜਵਾਬ ਦਾ ਇੰਤਜ਼ਾਰ ਕਰ ਰਹੀ ਸੀ। ਈਸਰ ਸਿੰਘ, ਤੂੰ ਮਤਲਬ ਦੀ ਗੱਲ ਕਰ। ਈਸਰ ਸਿੰਘ ਦੀ ਮੁਸਕਰਾਹਟ ਉਸਦੀਆਂ ਲਹੂ ਭਰੀਆਂ ਮੁੱਛਾਂ ਵਿੱਚ ਹੋਰ ਜ਼ਿਆਦਾ ਫੈਲ ਗਈ। ਮਤਲਬ ਦੀ ਹੀ ਗੱਲ ਕਰ ਰਿਹਾ ਹਾਂ। ਗਲਾ ਚੀਰਿਆ ਹੋਇਆ ਮਾਝਾਵਾ ਮੇਰਾ। ਹੁਣ ਹੌਲੀ ਹੌਲੀ ਹੀ ਸਾਰੀ ਗੱਲ ਦੱਸਾਂਗਾ। ਤੇ ਜਦੋਂ ਉਹ ਦੱਸਣ ਲੱਗਾ ਤਾਂ ਉਸਦੇ ਮੱਥੇ ਤੇ ਠੰਡੇ ਪਸੀਨੇ ਦੇ ਲੇਪ ਹੋਣ ਲੱਗੇ। ਕੁਲਵੰਤ ਮੇਰੀ ਜਾਨ, ਮੈਂ ਤੈਨੂੰ ਨਹੀਂ ਦੱਸ ਸਕਦਾ ਮੇਰੇ ਨਾਲ ਕੀ ਹੋਇਆ। ਇਨਸਾਨ ਕੁੜੀ ਜਾਵਾ ਵੀ ਅਜੀਬ ਚੀਜ਼ ਹੈ। ਸ਼ਹਿਰ 'ਚ ਲੁੱਟ ਮੱਚੀ ਤਾਂ ਸਭਨਾਂ ਵਾਂਗੂ ਮੈਂ ਵੀ ਇਸ ਵਿੱਚ ਹਿੱਸਾ ਲਿਆ। ਗਹਿਣੇ ਪੱਤੇ ਤੇ ਰੁਪਏ ਪੈਸੇ ਜੋ ਵੀ ਹੱਥ ਲੱਗੇ ਉਹ ਮੈਂ ਤੈਨੂੰ ਦੇ ਦਿੱਤੇ, ਪਰ ਇੱਕ ਗੱਲ ਤੈਨੂੰ ਨਾ ਦੱਸੀ। ਈਸਰ ਸਿੰਘ ਨੇ ਜ਼ਖਮਾਂ ਵਿੱਚ ਦਰਦ ਮਹਿਸੂਸ ਕੀਤਾ ਤੇ ਕਰਾਹਣ ਲੱਗਾ। ਕੁਲਵੰਤ ਕੌਰ ਨੇ ਉਸ ਵੱਲ ਧਿਆਨ ਨਾ ਦਿੱਤਾ ਤੇ ਬੜੀ ਬੇਰਹਿਮੀ ਨਾਲ ਪੁੱਛਿਆ, ਕਿਹੜੀ ਗੱਲ? ਈਸਰ ਸਿੰਘ ਨੇ ਮੁੱਛਾਂ ਤੇ ਜੰਮੇ ਹੋਏ ਲਹੂ ਨੂੰ ਫੂਕ ਮਾਰ ਕੇ ਉਡਾਉਂਦਿਆਂ ਕਿਹਾ, ਜਿਸ ਮਕਾਨ ਤੇ ਮੈਂ ਧਾਵਾ ਬੋਲਿਆ ਸੀ ਉਸ 'ਚ 7 ਆਦਮੀ ਸਨ। 6 ਮੈਂ ਕਤਲ ਕਰ ਦਿੱਤੇ ਸਨ ਇਸੇ ਕਿਰਪਾਨ ਨਾਲ, ਜਿਸ ਨਾਲ ਤੂੰ ਮੈਨੂੰ ਛੱਡ। ਇਸ ਨੂੰ ਸੁਣ। ਇੱਕ ਲੜਕੀ ਸੀ ਬਹੁਤ ਸੁੰਦਰ, ਉਸ ਨੂੰ ਚੁੱਕ ਕੇ ਮੈਂ ਆਪਣੇ ਨਾਲ ਲੈ ਆਇਆ। ਕੁਲਵੰਤ ਕੌਰ ਚੁੱਪਚਾਪ ਸੁਣਦੀ ਰਹੀ। ਈਸਰ ਸਿੰਘ ਨੇ ਇੱਕ ਵਾਰ ਫੇਰ ਫੂਕ ਮਾਰ ਕੇ ਮੁੱਛਾਂ ਤੋਂ ਲਹੂ ਉਡਾਇਆ। ਕੁਲਵੰਤ ਜਾਨੀ, ਮੈਂ ਤੈਨੂੰ ਕੀ ਦੱਸਾਂ, ਕਿੰਨੀ ਸੁੰਦਰ ਸੀ। ਮੈਂ ਉਸ ਨੂੰ ਮਾਰ ਵੀ ਦਿੰਦਾ, ਪਰ ਮੈਂ ਕਿਹਾ ਨਹੀਂ ਈਸਰ ਸਿਆਂ, ਕੁਲਵੰਤ ਕੌਰ ਦੇ ਤਾਂ ਹਰ ਰੋਜ਼ ਮਜ਼ੇ ਲੈਂਦਾ, ਇਹ ਮੇਵਾ ਵੀ ਚੱਕ ਕੇ ਦੇਖ। ਕੁਲਵੰਤ ਕੌਰ ਨੇ ਸਿਰਫ ਏਦਾਂ ਹੀ ਕਿਹਾ, ਹੂੰ, ਅਤੇ ਮੈਂ ਉਸ ਨੂੰ ਮੋਢੇ ਤੇ ਸੁੱਟ ਕੇ ਚੱਲ ਪਿਆ। ਰਸਤੇ 'ਚ ਕੀ ਕਹਿ ਰਿਹਾ ਸੀ ਮੈਂ? ਹਾਂ, ਰਸਤੇ 'ਚ ਨਹਿਰ ਦੀ ਪਟੜੀ ਦੇ ਕੋਲ ਥੋਹਰ ਦੀਆਂ ਝਾੜੀਆਂ ਦੇ ਹੇਠਾਂ ਮੈਂ ਉਸ ਨੂੰ ਲਿਟਾ ਦਿੱਤਾ। ਪਹਿਲਾਂ ਸੋਚਿਆ ਕਿ ਫੈਂਟਾਂ, ਫੇਰ ਖਿਆਲ ਆਇਆ ਕਿ ਨਹੀਂ। ਇਹ ਕਹਿੰਦੇ ਕਹਿੰਦੇ ਈਸਰ ਸਿੰਘ ਦੀ ਜਵਾਨ ਸੁੱਕ ਗਈ। ਕੁਲਵੰਤ ਕੌਰ ਨੇ ਥੁੱਕ ਨਿਕਲ ਕੇ ਆਪਣਾ ਗਲਾ ਤਰ ਕੀਤਾ ਤੇ ਪੁੱਛਿਆ, ਫੇਰ ਕੀ ਹੋਇਆ? ਈਸਰ ਸਿੰਘ ਦੇ ਹਲਕ ਵਿੱਚੋਂ ਬੜੀ ਮੁਸ਼ਕਲ ਨਾਲ ਇਹ ਸ਼ਬਦ ਨਿਕਲੇ, ਮੈਂ ਪੱਤਾ ਸੁੱਟਿਆ ਪਰ ਮੈਂ ਪੱਤਾ ਸੁੱਟਿਆ ਪਰ ਉਸ ਦੀ ਆਵਾਜ਼ ਡੁੱਬ ਗਈ। ਕੁਲਵੰਤ ਕੌਰ ਨੇ ਉਸ ਨੂੰ ਝੰਜੋੜਿਆ, ਫੇਰ ਕੀ ਹੋਇਆ? ਈਸਰ ਸਿੰਘ ਨੇ ਆਪਣੀਆਂ ਬੰਦ ਹੋ ਰਹੀਆਂ ਅੱਖਾਂ ਖੋਲੀਆਂ ਤੇ ਕੁਲਵੰਤ ਕੌਰ ਦੇ ਜਿਸਮ ਵੱਲ ਦੇਖਿਆ, ਜਿਸ ਦਾ ਅੰਗ ਹਿੱਲ ਰਿਹਾ ਸੀ। ਉਹ ਮਰੀ ਹੋਈ ਲਾਸ਼ ਸੀ, ਬਿਲਕੁਲ ਠੰਡਾ ਗੋਸ਼ਤ। ਜਾਨੀ, ਮੈਨੂੰ ਆਪਣਾ ਹੱਥ ਦੇ। ਕੁਲਵੰਤ ਕੌਰ ਨੇ ਆਪਣਾ ਹੱਥ ਈਸਰ ਸਿੰਘ ਦੇ ਹੱਥ ਤੇ ਰੱਖਿਆ, ਜਿਹੜਾ ਬਰਫ਼ ਤੋਂ ਵੀ ਬਹੁਤ ਜ਼ਿਆਦਾ ਸਰਦ ਸੀ। ਇਹ ਕਹਾਣੀ ਕਿਤਾਬ 1947 ਕਾਲੀ ਰਾਤ ਦੇ ਵਿੱਚੋਂ ਲਈ ਗਈ ਹੈ, ਜਿਹਦੇ ਸੰਪਾਦਕ ਹਨ ਜਿੰਦਰ ਕਹਾਣੀਕਾਰ ਜੀ। ਸੋ ਦੋਸਤੋ, ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਇਸ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ। ਸੋ ਮੰਟੋ ਦੀ ਇਸ ਕਹਾਣੀ ਨੂੰ ਅੱਗੇ ਸ਼ੇਅਰ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ। ਮਿਲਦੇ ਕਿਸੇ ਹੋਰ ਅਗਲੀ ਕਹਾਣੀ ਦੇ ਨਾਲ, ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।